ਹੈਲੋ ਬੱਚਿਓ, ਅੱਜ ਆਪਾਂ 3rd ਚੈਪਟਰ ਦਾ ਕਨਕਲੂਜਨ ਕੱਢਣ ਜਾ ਰਹੇ ਹਾਂ। ਮੀਨਸ 3rd ਚੈਪਟਰ ਨੂੰ ਇੱਕੋ ਹੀ ਵੀਡੀਓ ਦੇ ਅੰਦਰ ਸਾਰਾ ਰਿਵਾਈਜ਼ ਕਰਨ ਜਾ ਰਹੇ ਹਾਂ। ਜੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸਮਝ ਲਓ ਤਾਂ ਆਈ ਹੋਪ ਕਿ ਤੁਹਾਨੂੰ ਪੂਰਾ ਚੈਪਟਰ ਇੱਕਦਮ ਕਲੀਅਰ ਹੋ ਜਾਊਗਾ। ਓਕੇ ਬੱਚਿਓ, ਦੇਖੋ ਇਹਦੇ ਵਿੱਚ ਆਪਾਂ ਕਰਨਾ ਕੀ ਆ। ਇਹਦੇ ਵਿੱਚ ਬੱਚਿਓ ਆਪਾਂ 2 ਕੇਸ ਲਵਾਂਗੇ। पहला केस होगा व्हेन रिवाइज्ड वैल्यूज आर शोन इन द बुक्स। रिवाइज्ड वैल्यू मीनस ਜਦੋਂ ਆਪਣੀ ਅਕਾਊਂਟਿੰਗ ਜਿਹੜੀ ਪ੍ਰੋਫਿਟ ਸ਼ੇਅਰਿੰਗ ਰੇਸ਼ੀਓ ਆ ਉਹ ਚੇਂਜ ਹੋ ਜਾਂਦੀ ਆ। ਮੀਨਸ ਜੋ ਐਗਜ਼ਿਸਟਿੰਗ ਪਾਰਟਨਰ ਨੇ 1-1 ਨਾਲ ਸੀਗੇ ਉਹ 2-1 ਨਾਲ ਕਰਨ ਜਾ ਰਹੇ ਨੇ। ਜੇ ਚੇਂਜ ਹੋ ਜਾਂਦੀ ਆ ਤਾਂ ਜੋ ਵੀ ਉਹਨਾਂ ਦੇ ਚੇਂਜਿਸ ਆਉਣ ਤੋਂ ਬਾਅਦ ਫਿਰ ਆਪਾਂ ਆਪਣੇ ਰੀਵੈਲੂਏਸ਼ਨ ਅਕਾਊਂਟ ਨੂੰ ਬਣਾਉਂਦੇ ਆ, ਜੋ ਆਪਾਂ ਲਾਸਟ ਟਾਈਮ ਕੀਤਾ ਸੀ। ਮਤਲਬ ਰਿਜ਼ਰਵ ਨੂੰ ਡਿਸਟਰੀਬਿਊਟ ਕਰਨਾ, ਗੁੱਡਵਿਲ ਕੈਲਕੂਲੇਟ ਕਰਨੀ ਜਾਂ ਹੋਰ ਅਕਮੂਲੇਟਿਡ ਪ੍ਰੋਫਿਟ ਲੌਸਿਸ ਸਭ ਦੇਖਣੇ, ਵਰਕਮੈਨ ਕੰਪਨਸੇਸ਼ਨ, ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ, ਇਹ ਸਾਰੀਆਂ ਚੀਜ਼ਾਂ ਦੇਖਣੀਆਂ। ਤੇ ਉਹਨਾਂ ਦੇ ਵਿੱਚ ਜੋ ਵੀ ਉਸ ਟਾਈਮ ਦੀ ਰੀਵੈਲਿਊ ਹੋਊਗੀ ਐਸੈਟਸ ਦੀ, ਲਾਇਬਿਲਿਟੀਜ਼ ਦੀ, ਜੋ ਵੀ ਆਪਣੇ ਇਫੈਕਟ ਪਿਆ ਹੋਊਗਾ ਆਪਣੀ ਕੈਲਕੂਲੇਟ ਕਰਨ ਤੋਂ ਬਾਅਦ, ਆਪਣੇ ਰੇਸ਼ੋ ਦੇ ਵਿੱਚ ਚੇਂਜਿਸ ਆਉਣ ਤੋਂ ਬਾਅਦ ਜੋ ਵੀ ਆਪਣੇ ਐਸੈਟ ਲਾਇਬਿਲਿਟੀਜ਼ ਦੀ ਵੈਲਿਊਜ਼ ਦੇ ਵਿੱਚ ਚੇਂਜਿਸ ਆਈਆਂ ਹੋਣਗੀਆਂ ਬੱਚਿਓ, ਉਸ ਚੀਜ਼ ਨੂੰ ਆਪਾਂ ਰਿਵਾਈਜ਼ਡ ਵੈਲਿਊਜ਼ ਆਰ ਸ਼ੋਨ ਇਨ ਦਾ ਬੁੱਕ। ਮੀਨਸ ਜੋ ਵੀ ਚੇਂਜਿਸ ਆਏ ਉਹਨਾਂ ਨੂੰ ਆਪਾਂ ਬੁੱਕ ਦੇ ਅੰਦਰ ਸ਼ੋ ਕਰਨਾ ਵਾ। ਲਾਈਕ ਮੇਰਾ ਆਪਾਂ ਲਾਸਟ ਵੀਡੀਓ 'ਚ ਦੇਖਿਆ ਸੀਗਾ ਕਿ ਆਪਾਂ ਰੀਵੈਲੂਏਸ਼ਨ ਅਕਾਊਂਟ ਬਣਾ ਰਹੇ ਹਾਂ। ਮੇਰਾ ਸਟਾਕ 1 ਲੱਖ ਦਾ ਸੀਗਾ ਤੇ ਉਹ 1.5 ਲੱਖ ਦਾ ਹੋ ਗਿਆ। ਸੋ ਆਪਾਂ 1.5 ਲੱਖ ਦਾ ਬੁੱਕ ਦੇ ਵਿੱਚ ਦਿਖਾਵਾਂਗੇ। ਆਪਣਾ ਜਿਹੜਾ ਫਸਟ ਕੇਸ ਆ ਉਹ ਇਹੀ ਕਹਿ ਰਿਹਾ, ਰਿਵਾਈਜ਼ਡ ਵੈਲਿਊ ਆਰ ਸ਼ੋਨ ਇਨ ਦਾ ਬੁੱਕਸ ਆਫ ਅਕਾਊਂਟਸ। ਮੀਨਸ 1.5 ਲੱਖ ਰੁਪਇਆ 1 ਲੱਖ ਦੀ ਬਜਾਏ ਹੁਣ 1.5 ਲੱਖ ਰੁਪਇਆ ਦਿਖਾਵਾਂਗੇ। ਕਲੀਅਰ ਬੱਚੋ। ਸੈਕੰਡ ਕੇਸ ਸੀਗਾ ਕਿ ਕਈ ਵਾਰ ਕੀ ਆਪਾਂ ਐਡਜਸਟਮੈਂਟਸ ਕਰ ਲੈਂਦੇ ਆ, ਕਿ ਸਿਰਫ ਆਪਾਂ ਐਡਜਸਟਮੈਂਟਸ ਕਰਨੀਆਂ, ਆਪਣੇ ਅਕਾਊਂਟਿੰਗ ਬੁੱਕ ਦੇ ਅੰਦਰ ਕੋਈ ਚੇਂਜਸ ਨਹੀਂ ਕਰਨੇ। ਮਤਲਬ ਜੋ ਵਧਿਆ ਘਟਿਆ ਉਹ ਪਾਰਟਨਰਸ ਕੀ ਆ ਡਿਸਟਰੀਬਿਊਟ ਕਰ ਦਿੰਦੇ ਆ, ਇੱਕ ਦੂਸਰੇ ਨੂੰ ਸ਼ੇਅਰ ਕਰ ਲੈਂਦੇ ਆ ਸੈਕਰੀਫਾਈਸਿੰਗ ਗੇਨਿੰਗ ਰੇਸ਼ੋ ਦੇ ਨਾਲ, ਬਟ ਬੁੱਕਸ ਤੇ ਕੋਈ ਇਫੈਕਟ ਨਹੀਂ ਪੈਂਦਾ। ਸੋ ਸੈਕੰਡ ਕੇਸ ਕੀ ਆ, ਵੈਨ ਰਿਵਾਈਜ਼ਡ ਵੈਲਿਊਜ਼ ਆਰ ਨਾਟ ਟੂ ਬੀ ਸ਼ੋਨ ਇਨ ਦਾ ਬੁੱਕਸ। ਕਲੀਅਰ ਬੱਚਿਓ, ਦੋਨੇ ਪੁਆਇੰਟਸ ਦੇ ਵਿੱਚ ਸਮਝ ਲੱਗਿਆ। ਅੱਗੇ ਆਪਾਂ ਪ੍ਰੈਕਟੀਕਲੀ ਵੇ ਦੇ ਨਾਲ ਇਹਨਾਂ ਨੂੰ ਅਟੈਂਪਟ ਕਰਾਂਗੇ। ਸੋ ਪਹਿਲਾ ਕੀ ਆ, ਰਿਵਾਈਜ਼ਡ ਵੈਲਿਊ ਨੂੰ ਆਪਾਂ ਬੁੱਕਸ ਦੇ ਵਿੱਚ ਸ਼ੋ ਕਰਨਾ। ਸੈਕਿੰਡ ਹੈਗਾ ਰਿਵਾਈਜ਼ਡ ਵੈਲਿਊਜ਼ ਨੂੰ ਬੁੱਕ ਦੇ ਵਿੱਚ ਨਹੀਂ ਸ਼ੋ ਕਰਨਾ। ਸੋ ਇਸੇ ਵੀਡੀਓ ਦੇ ਅੰਦਰ ਆਪਾਂ 3 ਅਕਾਊਂਟ ਬਣਾਵਾਂਗੇ, ਰੀਵੈਲੂਏਸ਼ਨ ਅਕਾਊਂਟ, ਦੈਨ ਪਾਰਟਨਰਸ਼ਿਪ ਅਕਾਊਂਟ, ਦੈਨ ਬੈਲੈਂਸ ਸ਼ੀਟ ਅਕਾਊਂਟ। ਕਲੀਅਰ ਬੱਚਿਓ, ਆਜੋ ਆਪਾਂ ਸਟਾਰਟ ਕਰਦੇ ਹਾਂ ਪਹਿਲੇ ਕੇਸ ਦੇ ਨਾਲ। ਪਹਿਲਾ ਕੇਸ ਕੀ ਆ ਬੱਚਿਓ, ਵੈਨ revised value are shown in the books। याद रखियो, when revised values are shown in the book। सो बच्चों आप एक क्वेश्चन लिया वा, एग्जाम्पल लिया, इन ध्यान नाल समझियो और आप फिर क्वेश्चन स्टार्ट करांगे। ਇਹਦੇ ਅੰਦਰ ਹੀ ਕਹਿੰਦਾ ਪੀयूष पूजा प्रवीण आर द पार्टनर्स जिन्हां ਦੀ ਕੀ ओल्ड रेशो 3:3:2 ਸੀਗੀ ਤੇ ਉਹਨਾਂ ਦੀ बैलेंस शीट ਆਹ ਸੀਗੀ। then the partner decide that their effect 1st April 2015 they would be शेयर प्रॉफिट शेयरिंग रेशियो 4:3:2। देखो ओल्ड रेशियो कितनी सी 10:3:2, न्यू रेशियो कितनी होगी 4:3:2। क्लियर बच्चों। सो की हो रहा हुण रेशियो चेंज हो रही है। पहला 10:3:2 सीगी पीयूष पूजा एंड प्रवीण दी, हुण रेशियो होगी 4:3:2। रेशियो चेंजेस हुईयां, आपां एसेट्स ते लायबिलिटीज नू रीवैल्यूड कीता। आजो देखिए की कीता। ਕਹਿੰਦਾ ਸਟਾਕ ਵੈਲਿਊਡ 2,20,000 2,40,000 ਦਾ ਸੀਗਾ, 2,20,000 ਦਾ ਰਹਿ ਗਿਆ, ਮਤਲਬ ਰਿਡਿਊਸ ਕਰ ਗਿਆ। ਕਲੀਅਰ। ਮਸ਼ੀਨਰੀ ਡੈਪਰੀਸ਼ੀਏਟ ਕਰ ਗਈ, ਰਿਡਿਊਸ ਕਰ ਗਈ। ਪ੍ਰੋਵੀਜ਼ਨ ਫॉर ਡਾਊਟਫੁਲ ਕ੍ਰੀਏਟ ਹੋ ਗਈ, 88,000 ਦੇ ਸੀਗੀ, ਉੱਤੇ 5% ਕ੍ਰੀਏਟ ਕਰਨੇ ਪੈਣੇ ਆਪਾਂ ਨੂੰ। ਕਹਿੰਦਾ ਬਿਲਡਿੰਗ ਆ ਜਿਹੜੀ ਵਿਲ ਬੀ ਐਪਰੀਸ਼ੀਏਟਡ, ਮਤਲਬ ਬਿਲਡਿੰਗ ਕੀ ਆ ਬੱਚਿਓ ਵੱਧ ਗਈ ਆ। ਨੈਕਸਟ ਲਾਇਬਿਲਿਟੀ ਫॉर 5,000 ਇਨ ਸੈਂਡਰੀ ਕ੍ਰੈਡਿਟਰ ਆਰ ਨਾਟ ਲਾਈਕਲੀ ਟੂ ਬੀ ਅਰਾਈਜ਼, ਮਤਲਬ 5,000 ਦੀ ਜਿਹੜੀ ਸੈਂਡਰੀ ਕ੍ਰੈਡਿਟਰ ਸੀਗੇ ਉਹ ਵੀ ਆਪਣੇ ਹੁਣ ਅਰਾਈਜ਼ ਨਹੀਂ ਹੋ ਰਹੇ ਲੱਗਦੇ ਆਪਾਂ ਨੂੰ। ਦੈਨ ਪਾਰਟਨਰਸ, ਮੋਸਟ ਇੰਪੋਰਟੈਂਟ ਲਾਈਨ ਬੱਚੇ ਇਸ ਚੀਜ਼ ਨੂੰ ਪੜਿਓ। ਦ ਪਾਰਟਨਰਸ ਐਗਰੀਡ ਦੈਟ ਰਿਵਾਈਜ਼ਡ ਵੈਲਿਊ ਆਰ ਟੂ ਬੀ ਰਿਕਾਰਡਡ ਇਨ ਦਾ ਬੁੱਕਸ। ਕਹਿੰਦਾ ਆਪਾਂ ਰਿਵਾਈਜ਼ਡ ਵੈਲਿਊ ਰਿਕਾਰਡ ਕਰਨੀ ਆ ਬੁੱਕਸ ਦੇ ਵਿੱਚ, ਮਤਲਬ ਜੋ ਜੋ ਚੇਂਜਿਸ ਆਏ ਉਹਨਾਂ ਨੂੰ ਰਿਕਾਰਡ ਕਰਨਾ ਬੁੱਕਸ ਦੇ ਵਿੱਚ। ਸੋ ਆਪਣਾ ਪਹਿਲਾ ਕੇਸ ਵੀ ਇਹੀ ਸੀਗਾ। ਆਜੋ ਸਟਾਰਟ ਕਰੀਏ। ਸੋ ਬੱਚਿਓ ਆਪਣਾ ਪਹਿਲਾ ਕੇਸ ਕੀਆ when revised values are shown in the book। ਬੱਚੇ ਇਹੀ क्वेश्चन ਦਾ ਮੈਂ ਤੁਹਾਨੂੰ ਦੁਬਾਰਾ ਇੱਕ ਹੋਰ ਇਸੇ ਵੀਡੀਓ ਦੇ ਅੰਦਰ ਦਿਖਾਉਂਗਾ ਕਿ when revised values are not to be shown in the books of account। ਸੋ ਪਹਿਲਾਂ ਕਰਦੇ ਹਾਂ ਕਿ ਜੇ ਆਪਾਂ ਰਿਵਾਈਜ਼ ਵੈਲਿਊ ਆ
ਉਹ ਰਿਕਾਰਡ ਕਰਨੀ ਆ। ਰਿਵਾਈਜ਼ ਵੈਲਿਊ ਦਾ ਮਤਲਬ ਸਮਝ ਗਏ, ਆ ਜਿਹੜੇ ਚੇਂजेस ਆਏ ਨੇ ਇਹਨਾਂ ਨੂੰ ਆਪਾਂ ਬੁੱਕ ਦੇ ਵਿੱਚ ਰਿਕਾਰਡ ਕਰਾਂਗੇ। ਸਟਾਕ ਆ ਜਿਹੜਾ 2,40,000 ਦੀ ਬਜਾਏ 2,20,000 ਰੁਪਇਆ ਸ਼ੋ ਕਰਾਂਗੇ। ਕਲੀਅਰ ਬੱਚਿਓ, ਆਜੋ ਸਟਾਰਟ ਕਰੀਏ। ਸੋ ਸਟਾਰਟ ਕਰਨ ਤੋਂ ਪਹਿਲਾਂ ਹੀ ਆਪਾਂ ਨੂੰ ਇਹਦੇ ਅੰਦਰ ਇੱਕ ਚੀਜ਼ ਕੈਲਕੂਲੇਟ ਕਰਨੀ ਪੈਣੀ ਆ, ਜਿਹੜੀ ਕੀ ਹੁੰਦੀ ਆ ਸੈਕਰੀਫਾਈਸਿੰਗ ਐਂਡ ਗੇਨਿੰਗ ਰੇਸ਼ੋ। ਸੋ ਸਭ ਤੋਂ ਪਹਿਲਾਂ ਆਪਾਂ ਉਹ ਕੈਲਕੂਲੇਟ ਕਰਾਂਗੇ। ਤੁਸੀਂ ਦੇਖੋਗੇ ਇੱਥੇ ਆਪਣੀ 올ਡ ਰੇਸ਼ੋ ਲਿਖੀ ਹੋਈ ਆ ਪਾਰਟਨਰਸ ਦੀ 3-3-2, ਨਿਊ ਰੇਸ਼ੋ ਕੀ ਹੋਗੀ 4-3-2। ਹੁਣ ਆਪਾਂ ਤਿੰਨੇ ਪਾਰਟਨਰਸ ਦਾ ਕੈਲਕੂਲੇਟ ਕਰਾਂਗੇ ਕਿ ਵੀ ਕਿਹਨੂੰ ਗੇਨਿੰਗ ਹੋਇਆ, ਕਿਹਨੂੰ ਸੈਕਰੀਫਾਈਸ ਹੋਇਆ। ਸੋ ਪਾਰਟਨਰ ਬੱਚੇ ਪਹਿਲਾ ਕਿਹੜਾ ਪਾਰਟਨਰ ਪਿਊਸ਼, ਉਹਦੀ 올ਡ ਰੇਸ਼ੋ ਕੀ ਆ 3/8। ਕਲੀਅਰ ਬੱਚੇ 3/8। ਔਰ ਜੇ ਤੁਹਾਨੂੰ ਯਾਦ ਹੋਵੇ 올ਡ ਰੇਸ਼ੋ ਮਾਈਨਸ ਨਿਊ ਰੇਸ਼ੋ, 올ਡ ਰੇਸ਼ੋ ਮਾਈਨਸ ਨਿਊ ਰੇਸ਼ੋ, ਨਿਊ ਰੇਸ਼ੋ ਕਿੰਨੀ ਆ 올ਡ 3 ਸੀਗੀ ਪਿਊਸ਼ ਦੀ, ਨਿਊ 4 ਆ। ਸੋ 3 - 4। ਸੋ ਆਪਣਾ ਜਿਹੜਾ ਪਿਊਸ਼ ਆ ਬੱਚੇ ਉਹ ਕੀ ਕਰ ਰਿਹਾ ਵਾ, ਉਹ ਇੱਕ ਤਰੀਕੇ ਨਾਲ ਗੇਨ ਕਰ ਰਿਹਾ -5/72। ਜਿਹੜੇ ਬੱਚਿਆਂ ਨੂੰ ਇਹ ਕੈਲਕੂਲੇਟ ਨਹੀਂ ਕਰਨੀ ਆਉਂਦੀ ਉਹ ਪੁਰਾਣੀ ਵੀਡੀਓਜ਼ ਦੇਖ ਲਿਓ, ਉੱਥੋਂ ਤੁਹਾਨੂੰ ਕਲੀਅਰ ਹੋ ਜਾਊਗਾ। ਕਲੀਅਰ ਬੱਚਿਓ। ਸੋ ਇਦਾਂ ਹੀ ਆਪਾਂ ਨੈਕਸਟ ਪਾਰਟਨਰਸ ਦੀ ਕੈਲਕੂਲੇਟ ਕਰ ਲਾਂਗੇ, ਪੂਜਾ ਦੀ ਤੇ ਪ੍ਰਵੀਨ ਦੀ। ਜਦੋਂ ਆਪਾਂ ਕੈਲਕੂਲੇਟ ਕਰਾਂਗੇ, ਪ੍ਰਵੀਨ ਜਿਹੜਾ ਪਿਊਸ਼ ਸੀਗਾ ਬੱਚੇ ਨੇ ਗੇਨ ਕੀਤਾ ਤੇ ਪੂਜਾ ਨੇ 3 ਦਾ ਸੈਕਰੀਫਾਈਸ ਕੀਤਾ ਔਰ ਪ੍ਰਵੀਨ ਨੇ 2/72 ਦਾ ਸੈਕਰੀਫਾਈਸ ਕੀਤਾ। ਬੱਚੇ ਇਹਦੇ ਵਿੱਚ ਇੱਕ ਚੀਜ਼ ਦੀ ਨਿਸ਼ਾਨੀ ਧਿਆਨ ਰੱਖਿਓ ਕਿ ਹਮੇਸ਼ਾ ਇੱਕ ਦੀ ਵੈਲਿਊ ਬਾਕੀ ਦੋਵਾਂ ਦੇ ਬਰਾਬਰ ਆਊਗੀ ਹੀ ਆਊਗੀ। ਲਾਈਕ ਇਹਨੇ 5/72 ਦਾ ਗੇਨ ਕੀਤਾ ਸੀ ਤਾਂ ਇਹਨੇ 3 ਤੇ 2, ਜੇ ਤੁਸੀਂ ਬਾਕੀ ਦੋ ਪਾਰਟਨਰ ਦੇਖੋ ਇਹਨਾਂ ਦਾ ਵੀ 5 ਹੀ ਬਣੂਗਾ। ਅਦਰਵਾਈਜ਼ ਜੇ ਤੁਹਾਡੇ ਇਹ ਮੈਚ ਨਹੀਂ ਕਰ ਰਿਹਾ, ਗੇਨ ਇਕੁਅਲਸ ਟੂ ਸੈਕਰੀਫਾਈਸ ਨਹੀਂ ਹੋ ਰਿਹਾ, ਦੈਟ ਮੀਨਸ ਤੁਹਾਡੀ ਕੈਲਕੂਲੇਸ਼ਨ ਮਿਸਟੇਕ ਆ। ਇਸ ਚੀਜ਼ ਨੂੰ ਧਿਆਨ ਰੱਖਿਓ। ਆ ਦੇਖੋ ਹੁਣ -5 ਗੇਨ ਆ, ਮਤਲਬ 5 ਗੇਨ ਆ ਤੇ 3 ਤੇ 2 5 ਸੈਕਰੀਫਾਈਸ ਆ, ਗੇਨ ਇਕੁਅਲਸ ਟੂ ਸੈਕਰੀਫਾਈਸ ਹੋ ਗਿਆ। ਕਲੀਅਰ। ਸੋ ਸਭ ਤੋਂ ਪਹਿਲਾਂ ਆਪਾਂ ਇਹ ਕੈਲਕੂਲੇਟ ਕਰਾਂਗੇ। ਹੁਣ ਉਸ ਤੋਂ ਬਾਅਦ ਜਦੋਂ ਆਪਾਂ ਇਹ ਕੈਲਕੂਲੇਟ ਕਰ ਲਿਆ, ਆਪਾਂ ਨੂੰ ਪਤਾ ਲੱਗ ਗਿਆ ਵੀ ਆਹ ਪਾਰਟਨਰ ਨੂੰ ਸੈਕਰੀਫਾਈਸ ਹੋ ਰਿਹਾ, ਆਹ ਪਾਰਟਨਰ ਨੂੰ ਗੇਨ ਹੋ ਰਿਹਾ। ਸੋ ਹੁਣ ਆਪਾਂ ਨੂੰ ਮੇਨ ਪਰਪਸ ਕੀ ਆ, ਜਦੋਂ ਵੀ ਚੇਂजेस ਆਉਂਦੇ ਆ ਆਪਾਂ ਨੂੰ ਰੀਵੈਲੂਏਸ਼ਨ ਅਕਾਊਂਟ ਬਣਾਉਣਾ ਹੀ ਪੈਂਦਾ। ਸੋ ਆਪਾਂ ਰੀਵੈਲੂਏਸ਼ਨ ਅਕਾਊਂਟ ਬਣਾਉਣਾ ਸਟਾਰਟ ਕਰਾਂਗੇ ਬੱਚਿਓ, ਡੈਬਿਟ ਸਾਈਡ ਐਂਡ ਕ੍ਰੈਡਿਟ ਸਾਈਡ। ਹੁਣ ਦੇਖੋ ਆਹ ਰੀਵੈਲੂਏਸ਼ਨ ਅਕਾਊਂਟ ਆ ਬੱਚੇ। ਸਟਾਕ ਸੀਗਾ ਆਪਣਾ 2,40,000 ਰੁਪਏ ਦਾ ਔਰ ਘਟ ਕੇ ਹੁਣ ਕਿੰਨਾ ਰਹਿ ਗਿਆ 2,20,000 ਰੁਪਏ ਦਾ। ਬੱਚੇ ਰੀਵੈਲੂਏਸ਼ਨ ਅਕਾਊਂਟਸ ਦੇ ਅੰਦਰ ਪੂਰੀ ਵੈਲਿਊ ਨਹੀਂ ਪਾਈ ਦੀ, ਇਹ ਗੱਲ ਯਾਦ ਰੱਖਿਓ। ਸਿਰਫ ਇਫੈਕਟ ਪਾਈਦਾ। ਰੀਵੈਲੂਏਸ਼ਨ ਅਕਾਊਂਟ ਸਿਰਫ ਇਫੈਕਟਸ ਨੂੰ ਬਣਾਉਂਦਾ ਵਾ, ਉਹਨਾਂ ਦੇ ਵਿੱਚ ਦੇਖਦਾ ਕਿੰਨੇ ਕਿੰਨੇ ਚੇਂजेस ਆਏ। ਲਾਈਕ 2,40,000 ਸਟਾਕ ਸੀਗਾ, 2,20,000 ਦਾ ਮੀਨਸ 20,000 ਦਾ ਡਿਕਰੀਜ਼ ਕਰ ਗਿਆ ਔਰ ਡਿਕਰੀਜ਼ ਕੀਤਾ ਐਸਟ ਆਪਾਂ ਡੈਬਿਟ ਸਾਈਡ ਪਾਉਨੇ ਆ। ਇਹ ਆਪਾਂ ਲਾਸਟ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਡਿਸਕਸ ਕੀਤਾ ਵਾ ਕਿ ਡੈਬਿਟ ਸਾਈਡ ਕੀ ਹੁੰਦਾ, ਕ੍ਰੈਡਿਟ ਸਾਈਡ ਕੀ ਆਉਂਦਾ ਰੀਵੈਲੂਏਸ਼ਨ ਅਕਾਊਂਟ ਦੀ। ਸੋ ਡੈਬਿਟ ਸਾਈਡ ਕੀ ਆਉਂਦਾ ਬੱਚੇ, ਸਟਾਕ ਆ ਗਿਆ ਆਪਣਾ 20,000 ਰੁਪਏ ਦਾ, ਉਹ ਮਸ਼ੀਨਰੀ ਦੇ ਸਾਹਮਣੇ ਲਿਖਿਆ, ਤੁਸੀਂ ਧਿਆਨ ਸਮਝਿਓ। ਸਟਾਕ ਕੀ ਆ ਬੱਚੇ 20,000 ਰੁਪਏ ਦਾ ਆਪਣਾ ਡਿਕਰੀਜ਼ ਕਰ ਗਿਆ। ਸੋ ਮਸ਼ੀਨਰੀ ਵਿਲ ਬੀ 10% ਡੈਪਰੀਸ਼ੀਏਟਡ। 10% ਡੈਪਰੀਸ਼ੀਏਟਡ ਮੀਨਸ ਮਸ਼ੀਨਰੀ ਕਿੰਨੇ ਦੀ ਹੈ 3,18,000 ਦੀ। ਜੇ ਤੁਸੀਂ ਉਹਦੇ ਤੇ 10% ਲਾਉਂਗੇ ਤਾਂ 31,800 ਆ ਜਾਊਗਾ। ਕਲੀਅਰ ਬੱਚਿਓ, ਇਸ ਚੀਜ਼ ਨੂੰ ਧਿਆਨ ਨਾਲ ਸਮਝਿਓ। ਨੈਕਸਟ ਹੋਰ ਆਪਣਾ ਕੀ ਆ, ਪ੍ਰੋਵੀਜ਼ਨ ਫॉर ਅ ਡਾਊਟਫੁਲ ਡੈਟਸ 5%। 5% ਕਿਹਦੇ ਤੇ 88,000 ਦੇ ਬੱਚੇ। ਡੈਟਰਸ ਕਿੰਨੇ ਨੇ 88,000 ਦੇ। ਸੋ ਜੋ ਤੁਸੀਂ ਕੈਲਕੂਲੇਟ ਕਰੋਗੇ ਡੈਟਰਸ ਨੂੰ ਤਾਂ ਉਹ ਤੁਹਾਡੇ 4400 ਆ ਜਾਣਗੇ। ਕਲੀਅਰ ਬੱਚਿਓ। ਨੈਕਸਟ ਬਿਲਡਿੰਗ ਕੀ ਆ ਐਪਰੀਸ਼ੀਏਟਡ ਬਾਈ ਦਾ 20%, ਮਤਲਬ 4 ਲੱਖ ਦੇ ਉੱਤੇ ਉਹ ਐਪਰੀਸ਼ੀਏਟਡ ਮੀਨਸ ਵੱਧ ਗਈ ਆ। 20% ਵੱਧ ਗਿਆ ਮੀਨਸ ਕਿੰਨਾ ਵੱਧ ਗਿਆ 80,000 ਰੁਪਇਆ ਬਿਲਡਿੰਗ ਦਾ ਵੱਧ ਗਿਆ। ਮਤਲਬ ਬਿਲਡਿੰਗ ਇਸ ਟਾਈਮ ਆਪਣੀ ਕਿੰਨੀ ਹੋ ਗਈ 4,80,000 ਦੀ ਹੋ ਗਈ। ਆਪਾਂ ਕਿਹੜਾ ਇਫੈਕਟ ਲੈਣਾ, ਸਿਰਫ ਇਨਕਰੀਜ਼ ਔਰ ਡਿਕਰੀਜ਼ ਵਾਲਾ। ਸੋ ਆਪਾਂ ਇੱਥੇ 80,000 ਲਿਖ ਲਾਂਗੇ। ਕਲੀਅਰ ਬੱਚਿਓ। ਨੈਕਸਟ ਕ੍ਰੈਡੀਟਰ ਕਹਿੰਦਾ 5,000 ਦੇ ਆਪਣੇ ਰਿਡਿਊਸ ਕਰਕੇ, ਸੋ ਆਪਾਂ ਇੱਥੇ 5,000 ਲਿਖ ਲਾਂਗੇ। ਇਹ ਬੱਚੇ ਰੀਵੈਲੂਏਸ਼ਨ ਅਕਾਊਂਟ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਅਮਾਉਂਟਸ ਇੱਧਰ ਕਿਉਂ ਪੈ ਰਹੀਆਂ, ਇਹ ਤੁਸੀਂ ਲਾਸਟ ਵੀਡੀਓ ਸੁਣ ਲਿਓ, ਤੁਹਾਨੂੰ ਕਲੀਅਰ ਹੋ ਜਾਊਗਾ। ਮੈਂ ਇਹਦੇ ਵਿੱਚ ਸ਼ਾਰਟਲੀ ਡਿਫਾਈਨ ਕਰ ਦਿੰਦਾ। ਐਸਟ ਰਿਡਿਊਸ ਹੋਣ ਤਾਂ ਡੈਬਿਟ ਸਾਈਡ, ਲਾਇਬਿਲਿਟੀ ਇਨਕਰੀਜ਼ ਹੋਵੇ ਤਾਂ ਡੈਬਿਟ ਸਾਈਡ, ਔਰ ਜੇ ਐਸਟ ਇਨਕਰੀਜ਼ ਹੋਣ ਤਾਂ ਕ੍ਰੈਡਿਟ ਸਾਈਡ, ਲਾਇਬਿਲਿਟੀ ਰਿਡਿਊਸ ਹੋਵੇ ਤਾਂ ਕ੍ਰੈਡਿਟ ਸਾਈਡ। ਕਲੀਅਰ ਬੱਚੋ। ਸੋ ਦੇਖੋ ਆਪਾਂ ਸਾਰੇ ਅਮਾਉਂਟਸ ਪਾ ਲਿਆ। ਜੇ ਤੁਸੀਂ ਚੈੱਕ ਕਰੋ ਸਟਾਕ ਪਾ ਲਿਆ, ਇਨਕਰੀਜ਼ ਡਿਕਰੀਜ਼, ਮਸ਼ੀਨਰੀ ਪਾ ਲਈ, ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਪਾ ਲਏ, ਬਿਲਡਿੰਗ ਪਾ ਲਈ, ਸੰਡਰੀ ਡੈਟਰਸ ਪਾ ਲਏ। ਕਲੀਅਰ ਬੱਚੋ। ਹੋਰ ਆਪਣੀ ਕੋਈ ਅਮਾਉਂਟ ਨਹੀਂ ਰਹੀ, ਸੋ ਆਪਾਂ ਇਹਨੂੰ ਕਲੋਜ਼ ਕਰ ਦਾਂਗੇ। ਕਲੋਜ਼ ਕਰਾਂਗੇ ਤਾਂ ਇਹਦਾ 85,000 ਆ ਰਿਹਾ ਟੋਟਲ।
और इधर बच्चे आपां पार्टनर्स दे विच डिस्ट्रीब्यूट करते हैं रीवैल्यूएशन अकाउंट दे विच किहड़ी रेशो च करते हैं ओल्ड रेशो च ना सैक्रीफाइसिंग च ना गेनिंग दे विच आपां इत्थे डिस्ट्रीब्यूट करते हैं बच्चे ओल्ड रेशो दे विच सो पार्टनर्स नूं आपां ओल्ड रेशो दे विच 28,800 डिस्ट्रीब्यूट करता ओल्ड रेशो डिस्ट्रीब्यूट कीता होया ओल्ड रेशो किहड़ी आ 3-3-2 क्लीयर बच्चे ये जो तुसीं कैलकुलेट करोगे तो थोड़ा 28,800 इदां डिस्ट्रीब्यूट किया आ जाऊगा मीनस 3/8 गुणा 28,800 3/8 गुणा 28,800 और लास्ट पार्टनर नू 2/8 गुणा 28,800 सो थोड़े आ पार्टनर्स दी की आ बच्चे वैल्यूज आ जाणगियां थोड़ा इदां रीवैल्यूएशन अकाउंट बन जूगा क्लीयर सो नैक्सट रीवैल्यूएशन अकाउंट बनाउण तो बाद आ जिहड़ा बैलेंस आया देखो आपां की लिखिया टू प्रॉफिट ट्रांसफर टू द पीयूष कैपिटल अकाउंट पूजा कैपिटल अकाउंट और प्रवीण कैपिटल अकाउंट मीनस आपां इत्थों रीवैल्यूएशन अकाउंट जदों बन जांदा ये कित्थे ट्रांसफर हुंदा बच्चे ये ट्रांसफर हुंदा वा कैपिटल अकाउंट दे विच सो आपां हुण कैपिटल अकाउंट बनावांगे क्लीयर बच्चों सो आ क्वेश्चन साइड ते लिखा है आपां कैपिटल अकाउंट आपां नूं ईजिली बन जूगा आ पार्टनर्स कैपिटल अकाउंट अपने 3 पार्टनर ने आ डेबिट साइड आ गई आ क्रेडिट साइड आ गई पीयूष पूजा एंड प्रवीण नैक्सट सब तो पहला आपां ओपनिंग बैलेंस पा दांगे क्रेडिट साइड पैंदा वा ये भी आपां ऑलरेडी डिस्कस कीता है अपनी पहला वाली वीडियोस दे विच फर्स्ट चैप्टर ची सो ओपनिंग बैलेंस कितना तुसीं बैलेंस शीट तो देखोगे ओपनिंग बैलेंस मतलब जो अपना बैलेंस हुंदा बैलेंस ब्रॉट डाउन ओपनिंग कह लो वटएवर 4 लाख 3 लाख 3 लाख जो आपां नूं बैलेंस शीट दे विच गिवन हुंदा वा क्लीयर बच्चों सो इस तरीके नाल जो भी अपना बैलेंस हुंदा वो आपां इत्थे लिख लांगे सो नैक्सट जो भी रीवैल्यूएशन अकाउंट दे अंदर आपां प्रॉफिट डिस्ट्रीब्यूट कीते आ वो इत्थे ट्रांसफर कर देने आपां एंट्री की पाई आ उत्थे रीवैल्यूएशन अकाउंट डेबिट टू पार्टनर्स कैपिटल अकाउंट 28,800 नूं डिस्ट्रीब्यूट कीता सी ना वो 28,800 नूं आपां इत्थे लिख देना 10,800 10,800 7200 क्लीयर बच्चों ये उत्थों चक के इत्थे ट्रांसफर किया नथिंग ऐसी कोई नवी चीज नहीं गी उधर वो डेबिट साइड सीगा इधर पार्टनर्स दे वो क्रेडिट साइड आ गया क्लीयर बच्चों सो नैक्सट हो तुसीं इहदे विच कोई चेंजेस देखो कोई भी चेंजेस आपां नूं नहीं गिवन कि आपां कोई चीज डिस्ट्रीब्यूट करनी है सो आपां इस अकाउंट नूं की आ क्लोज कर दांगे क्लोज करने दी टोटलिंग करांगे देन बैलेंसिंग कर दांगे दूसरी साइड सो ये थोड़ा पार्टनर्स कैपिटल अकाउंट बन जूगा क्लीयर बच्चों ਇਹਦੇ ਵਿੱਚ ਕੁਝ ਵੀ ਨਵਾਂ ਨਹੀਂਗਾ ਪਾਰਟਨਰਸ ਨੂੰ ਆਪਾਂ ਜਿਹੜਾ ਰੀਵੈਲੂਏਸ਼ਨ ਅਕਾਊਂਟ ਦਾ ਬੈਲੈਂਸ ਹੁੰਦਾ ਉਹ ਆਪਾਂ ਇੱਧਰ ਟ੍ਰਾਂਸਫਰ ਕਰਦੇ ਆ ਜੇ ਆਪਾਂ ਨੂੰ ਕੁਐਸਚਨ ਦੇ ਵਿੱਚ ਇੱਥੇ ਜਨਰਲ ਰਿਜ਼ਰਵ ਗਿਵਨ ਹੁੰਦੇ ਔਰ ਆਪਾਂ ਨੂੰ ਕੁਝ ਨਾ ਦਿੱਤਾ ਹੁੰਦਾ ਤਾਂ ਆਪਾਂ ਇੱਥੇ ਜਨਰਲ ਰਿਜ਼ਰਵ ਵੀ ਡਿਸਟ੍ਰੀਬਿਊਟ ਕਰ ਦੇਣੇ ਸੀ ਕੋਈ ਵੀ ਵਰਕਮੈਨ ਕੰਪਨਸੇਸ਼ਨ ਫਲਕਚੁਏਸ਼ਨ ਰਿਜ਼ਰਵ ਜੋ ਵੀ ਵਟਐਵਰ ਜੋ ਵੀ ਆਪਾਂ ਨੂੰ ਸਾਰੇ ਰਿਜ਼ਰਵ ਆਪਾਂ ਇੱਥੇ ਡਿਸਟ੍ਰੀਬਿਊਟ ਕਰਨੇ ਆ ਪਾਰਟਨਰਸ ਨੂੰ ਪਾਰਟਨਰਸ ਦੀ ਇੱਧਰਲੀ ਸਾਈਡ ਉਹ ਇੱਕ ਤਰ੍ਹਾਂ ਦੀ ਇਨਕਮ ਸਾਈਡ ਹੁੰਦੀ ਨੇ ਔਰ ਪਾਰਟਨਰਸ ਦੀ ਇੱਧਰਲੀ ਸਾਈਡ ਕੀ ਆ एक तरह के खर्चे होंगे ने लाइक आप फर्स्ट चैप्टर किया हो ड्राइंग्स इंटरस्ट ऑन कैपिटल किया हो तो सारी इधर पैंदी सी हुण इस चीज़ इत्थे आपां नहीं डिस्कस करांगे ताकि तुसीं कन्फ्यूज ना हो जाओ आप इस क्वेश्चन ते कंसनट्रेट करते हैं इस क्वेश्चन दे विच आपां नूं यही चीज़ां गिवन सीगियां बैलेंस पाता ते रीवैल्यूएशन अकाउंट नूं ट्रांसफर करता क्लोजिंग करती नैक्सट आपां डिस्कस कीता सी कि आपां तीसरी की चीज़ बनावांगे इहदे अंदर बैलेंस शीट सो क्वेश्चन फिर उही आपां गिवन है सो बैलेंस शीट बनावांगे बच्चे एसेट्स एंड लायबिलिटी साइड देन हुण एक चीज ध्यान रखियो हुण तुहाडे दिमाग दे विच पहली गल आउणी चाहीदी आ कि क्वेश्चन दे विच तुहानूं की किहा गया सी आपां लाइन दोबारा पढ़दे हां ध्यान नाल बच्चों लाइन पढ़ियो ये लाइन बड़ी इंपॉर्टेंट है जो तुसीं बैलेंस शीट बनाउणी है दैट यू आर रिक्वायर्ड टू प्रिपेयर पार्टनर्स कैपिटल अकाउंट रिवाइज्ड बैलेंस शीट क्लीयर बच्चे आ देखो जे तुसीं ध्यान दो इत्थे लिखा है पार्टनर्स एग्री टू बी आ रिवाइज्ड वैल्यू आर टू बी रिकॉर्डेड इन द बुक्स रिवाइज्ड वैल्यूज नूं रिकॉर्ड करना बच्चों रिवाइज वैल्यू नूं सो आपां रिवाइज वैल्यू नूं रिकॉर्ड करांगे सो पहली चीज कैश एट बैंक कैश दी अपनी किते गल नहीं हुई उपर जे कैश दे विच चेंजेस आउंदे पार्टनर कुछ कैश ना कोई भी एंट्री करदा तां कैश अकाउंट बनना सीगा फिर इत्थे एंट्री पैनी सीगी हुण कैश दे विच कोई चेंजेस नहीं आए सो जो बैलेंस शीट दे विच सीगा उही इत्थे पऊगा क्लीयर जे दे विच चेंजेस हुंदे तां आपां इत्थे भी वो भी लिखदे सो नैक्सट सन्ड्री डेटस 88,000 दे सीगे 4400 जे तुहानूं याद होवे आपां प्रोविजन क्रिएट कीती सी वो लैस करके आपां इत्थे लिख दांगे देखो मैं चेंजेस करके लिख रहा ना उन्हें क्या रिवाइज वैल्यू करनी रिवाइज लिखने आपां रिवाइज लिख रहे हैं नैक्सट
ਸਟਾਕ ਮਸ਼ੀਨਰੀ ਬਿਲਡਿੰਗ ਕੁਛ ਨਾ ਕੁਛ ਚੇਂजेस ਹੋਏ ਸੀ ਨਾ। ਕੀ ਚੇਂजेस ਹੋਏ ਸੀਗੇ ਦੇਖੋ 2,40,000 ਦੀ ਸੀ ਜੀ ਸਟਾਕ ਦੀ ਵੈਲਿਊ ਆ ਜਿਹੜੀ ਉਹ ਕੀ ਹੋਇਆ ਸੀ ਬੱਚੇ ਘਟ ਗਈ ਸੀਗੀ। ਸੋ ਆਪਾਂ ਉਦਾਂ ਹੀ ਕਰ ਲਿਆ ਘਟਾਤੀ। ਮਸ਼ੀਨਰੀ ਦੀ ਵੈਲਿਊ ਤੇ ਡੈਪਰੀਸ਼ੀਏਟ ਲੱਗਿਆ ਸੀ ਆਪਾਂ ਡੈਪਰੀਸ਼ੀਏਟ ਕਰ ਲਿਆ। ਬਿਲਡਿੰਗ ਬੱਚੇ 4,80,000 4 ਲੱਖ ਦੀ ਸੀਗੀ ਵੱਧ ਗਈ ਸੀਗੀ ਤਾਂ ਇਨਕਰੀਜ਼ ਪਾਤਾ ਆਪਾਂ। ਕਲੀਅਰ। ਨੈਕਸਟ ਸੰਡਰੀ ਕ੍ਰੈਡੀਟਰਸ ਕ੍ਰੈਡੀਟਰ ਕਿੰਨੇ ਸੀਗੇ ਬੱਚੇ 48,000 ਦੇ ਔਰ ਹੁਣ ਕਿੰਨੇ ਰਹਿ ਗਏ 5,000 ਤੇ ਇਫੈਕਟ ਪਿਆ ਸੀਗਾ। ਦੇਖੋ ਜੇ ਤੁਸੀਂ ਥੱਲੇ ਦੇਖਿਆ ਹੋਵੇ not likely to be arise ਦੈਨ ਆਪਾਂ 5,000 ਘਟਾਤੇ। ਬੈਂਕ ਲੋਨ ਕੋਈ ਚੇਂजेस ਨਹੀਂ ਆਏ ਸੀਗੇ ਸੋ ਆਪਾਂ ਬੈਂਕ ਲੋਨ ਉਦਾਂ ਹੀ ਪਾਤਾ। ਕਲੀਅਰ। ਸੋ ਨੈਕਸਟ ਹੋਰ ਆਪਾਂ ਨੂੰ ਇਹਦੇ ਕੁਐਸਚਨ ਦੇ ਅੰਦਰ ਕੁਝ ਨਹੀਂ ਗਿਵਨ ਲਾਇਬਿਲਿਟੀ ਸਾਈਡ। ਸੋ ਆਪਾਂ ਜੋ ਆਪਣੀ ਕੈਪੀਟਲ ਬੱਚੇ ਆਪਾਂ ਕੈਲਕੂਲੇਟ ਕੀਤੀ ਆ ਪਾਰਟਨਰਸ ਕੈਪੀਟਲ ਅਕਾਊਂਟ ਦੇ ਅੰਦਰ ਉਹ ਆਪਾਂ ਇੱਥੇ ਲਿਖ ਦਾਂਗੇ। ਕਲੀਅਰ ਬੱਚੇ। ਜੋ ਆਪਾਂ ਪਾਰਟਨਰਸ ਕੈਪੀਟਲ ਅਕਾਊਂਟ ਜੋ ਇਸ ਤੋਂ ਉੱਪਰ ਬਣਾਇਆ ਆਪਾਂ ਡੈਬਿਟ ਸਾਈਡ ਜੋ ਆਪਣੀ ਬੈਲੈਂਸਿੰਗ ਕੀਤੀ ਆ ਉਹ ਸਾਰੀ ਇੱਥੇ ट्रांसफर कर देंगे पर्टिकुलर नाम लिख के टोटलिंग कर देंगे। क्लियर बच्चे। सो थोड़ी बैलेंस शीट किया मैच कर जूगी। क्लियर। मैं थोनू फिर छोट जल्दी जल्दी रिवाइज कर लिए आप कि बैलेंस शीट बनाने लगे थोनू एक चीज ध्यान रखनी है कि रिवाइज्ड वैल्यूज बेस्ड बैलेंस शीट तैयार करनी है या नॉन रिवाइज्ड बेस्ड। सो जे रिवाइज्ड बेस करनी है तो सो जो भी इफेक्ट्स होए ने आप इफेक्ट नू इत्थे रिकॉर्ड करना। लाइक डेटस ते 88,000 तो 83,600 बन गया स्टॉक 2,40,000 तो 2,20,000। क्लियर। समझ लग गया बच्चे। सो हुण आपां करांगे सेकंड केस। सेकंड केस की सीगा कि when revised values are not to be shown in the books कहंदा जदों आपां revised values नू नहीं शो करना बच्चे फिर की करांगे। क्लियर। हुण आपां इहदे बारे डिस्कस करांगे। हाँ जी जे आपां वैल्यूज नू नहीं रिकॉर्ड करना तां देखो थोड़े जे चेंजेस हुंदे ने कोई ज्यादा नहीं। मैं थोनू बस यही इस चैप्टर के अंदर यही दो तरीके नाल क्वेश्चन हुंदा थोनू कह जाऊगा रिवाइज वांगू रिकॉर्ड करो या नहीं करो। रिवाइज रिकॉर्ड करना आपां कर चुके हैं जे नहीं करना तो आजो देखी की करना। सब तो पहला बच्चे तुसी जदों रिवाइज करना सीगा उदों आपां अकाउंट बनाया सी रीवैल्यूएशन अकाउंट। आपां रीवैल्यूएशन अकाउंट बच्चे उदों क्रिएट करते हैं जदों कि आपां रिवाइज वैल्यूज नू रिकॉर्ड करना होवे। हुण आपां रिकॉर्ड नहीं करना तो मैं कंपैरिजन किया हुण आपां सिंपल इदां बना दांगे रीवैल्यूएशन अकाउंट सिंपल। ये कोई ज्यादा चेंजेस नहीं गए आए नहीं कि कोई नवी चीज आ। जे तुसीं ध्यान नाल देखो इहदी क्रेडिट साइड मतलब एसेट इनक्रीज कीते लाइबिलिटी वो ऊपर लिख ली मतलब इनू ही आपां दूसरे आपां कह सकते हैं कि आपां दो फॉर्मेट हुंदे ने आपां स्टेटमेंट फॉर्म दे विच लिख लिया इनू। देखो 80,000 5,000 आपां जो भी क्रेडिट साइड सी ऊपर लिख ली। तुसीं इदां भी जे तुहानूं इदां कन्फ्यूजन होवे तां आपां इदां भी कर सकते हैं। पहलां आपां कंप्लीट कर लई एक बार। देखो बिल्डिंग ते सन्ड्री क्रेडिटर्स हुण मैं बुक क्वेश्चन चो कंपैरिजन नहीं कर रहा आपां रीवैल्यूएशन अकाउंट ऑलरेडी बनाया है जस्ट समझाउणा ही है। 80,000 ते 5,000 ऊपर लिख लांगे आ 5,000 बच्चे बाय मिस्टेक हो गया 500 लिखा गया 5,000 है देखो 85,000 आ जाऊगा। क्लियर। देन जिन्नी भी डेबिट साइड आ वो लैस कर देंगे 20,000 31,800 ते 4400 लैस कर देंगे मतलब ਇਹਦਾ टोटलिंग माइनस कर देंगे 28,800 ਜਿਹੜਾ ਤੁਹਾਡਾ प्रॉफिट आ वो 28,800 ही आऊगा। क्लियर बच्चे। बस फर्क की आ इस रीवैल्यूएशन ਜਿਹੜਾ गेन ड्यू टू आ रीवैल्यूएशन ਤੇ रीवैल्यूएशन अकाउंट च फर्क की है। रीवैल्यूएशन अकाउंट ਦੇ ਅੰਦਰ ਉਹ ਪਾਰਟਨਰਸ ਦੇ ਵਿੱਚ ਡਿਸਟ੍ਰੀਬਿਊਟ ਕਰ ਦਿੰਦੇ ਆ बट ਇੱਥੇ ਕੀ ਆਪਾਂ ਰਿਵਾਈਜ਼ਡ ਵੈਲਿਊ ਬੱਚੇ रिवाइज्ड वैल्यूज आर नॉट शोन इन द बुक्स ऑफ अकाउंट। सो आपां इत्थे की करना आपां इत्थे पार्टनर्स दे विच की आ डिस्ट्रीब्यूट नहीं करना। क्लियर बच्चे। सो यही डिफरेंस है बच्चे जदों आपां रिवाइज वैल्यू नॉट टू बी शोन इन द बुक उदों आपां इस तरीके नाल रीवैल्यूएशन आपां सिर्फ कैलकुलेट करना भी गेन होया या लॉस होया। ਜਦੋਂ ਆਪਾਂ ਰੀਵੈल्यूएशन ਅਕਾਊਂਟ ਵੈਲਿਊਜ਼ ਨੂੰ ਰਿਕਾਰਡ ਕਰਨਾ मतलब ਰਿਵਾਈਜ਼ਡ ਵੈਲਿਊਜ਼ ਨੂੰ ਤਾਂ ਆਪਾਂ ਰੀਵੈल्यूएशन ਅਕਾਊਂਟ ਕ੍ਰੀਏਟ ਕਰਾਂਗੇ ਔਰ ਪ੍ਰੋਫਿਟ ਹੈ ਜੋ ਵੀ ਪ੍ਰੋਫਿਟ ਹੈ ਲਾਸ ਆ ਆਪਾਂ ਪਾਰਟਨਰਸ ਨੂੰ ਡਿਸਟ੍ਰੀਬਿਊਟ ਕਰਾਂਗੇ। ਇੱਥੇ ਆਪਾਂ ਡਿਸਟ੍ਰੀਬਿਊਟ ਨਹੀਂ ਕਰਨਾ ਬਸ ਇਹੀ ਡਿਫਰੈਂਸ ਆ। ਕਲੀਅਰ ਬੱਚਿਓ। ਸੋ ਇਸ ਚੀਜ਼ ਨੂੰ ਧਿਆਨ ਨਾਲ ਸਮਝ ਕੇ ਰੱਖਿਓ ਕਿ ਇਹ ਡਿਫਰੈਂਸ ਹੈ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ। ਇੱਥੇ ਆਪਾਂ ਡਿਸਟ੍ਰੀਬਿਊਟ ਕਰ ਦਿੰਦੇ ਇੱਥੇ ਆਪਾਂ ਨਹੀਂ ਕਰਨਾ ਜਸਟ ਆਪਾਂ ਕੈਲਕੂਲੇਟ ਕਰਨਾ ਆਨਸਰ ਆਪਣਾ ਸੇਮ ਆਊਗਾ 28,800। क्लियर। सो ये करना की 28,800 देखो ये अपना रिवैल्यूएशन गेन तो सेम ही रहूगा चाहे इदा बना लो चाहे इदा बना लो 28,800 आ गया। सो ये नैक्सट बच्चे आप करना की आ आपां इहदी एडजस्टमेंट करनी है। थोनू क्या वा ना क्वेश्चन के अंदर
हुण जिहड़ा सैकेंड पार्ट कर रहे हैं, सैकेंड टाइप क्वेश्चन कर रहे हैं, ਉਹਦੇ अंदर यही कहा गया ना कि ਆਪਾਂ सिर्फ एडजस्टमेंट्स करनियां ने, ਆਪਾਂ रिवाइज्ड वैल्यूज ਨੂੰ बुक ਦੇ ਵਿੱਚ रिकॉर्ड नहीं करना, सिर्फ चेंजिस ਨੂੰ जो इफेक्ट आया वो इफेक्ट खत्म करना। सो इफेक्ट खत्म करन दे लई हमेशा जो ਤੁਹਾਨੂੰ ਕਿਹਾ ਜਾਵੇ रिवाइज वैल्यूज ਨੂੰ रिकॉर्ड नहीं करना ਤਾਂ ਆਪਾਂ ਨੂੰ एडजस्टमेंट एंट्रीज ਪਾਉਣੀਆਂ ਪੈਂਦੀਆਂ। ਇਹ ਵੀ ਆਪਾਂ ਲਾਸਟ ਵੀਡੀਓਜ਼ ਦੇ ਅੰਦਰ ਕੀਤਾ ਸੀ। ਸੋ ਕਿਵੇਂ ਪਾਉਣੀਆਂ ਤੁਸੀਂ ਦੇਖੋਗੇ, ਆਪਾਂ ओल्ड रेशो न्यू रेशो ਆਲਰੇਡੀ ਕੈਲਕੂਲੇਟ ਕੀਤੀ ਹੋਈ ਆ, 28800 मतलब 5 3 2 ਕੀਤੀ ਹੋਈ ਆ। ਹੁਣ ਬੱਚੇ ਆਪਾਂ ਜਿਹੜੀ 28800 ਆ, ਦੇਖੋ ਪਿਊਸ਼ ਨੂੰ 2000 ਰੁਪਏ ਦਾ ਗੇਨ ਹੋਇਆ, ਆ ਗੇਨ ਆ ਨਾ ਬੱਚੇ, ਪਿਊਸ਼ ਨੂੰ ਗੇਨ ਹੋਇਆ। ਪੂਜਾ ਨੇ 1200 ਸੈਕਰੀਫਾਈਸ ਕੀਤਾ, ਪ੍ਰਵੀਨ ਨੇ 800 ਸੈਕਰੀਫਾਈਸ ਕੀਤਾ। ਹੁਣ ਰੌਲਾ ਇੱਥੇ ਆ ਜਾਂਦਾ ਕਿ ਜੇ ਆਪਾਂ ਰਿਵਾਈਜ਼ ਵੈਲਿਊ ਨੂੰ ਰਿਕਾਰਡ ਨਹੀਂ ਕਰਨਾ ਤਾਂ ਪਾਰਟਨਰਸ ਕਹਿਣਗੇ ਜਿਹੜਾ ਤੁਹਾਨੂੰ ਲਾਸ ਹੋਇਆ ਉਹ ਅਸੀਂ ਕਿੱਥੋਂ ਕਵਰ ਕਰਾਂਗੇ, ਤਾਂ ਉਹ ਕਹਿੰਦੇ ਆ ਕਿ ਕੋਈ ਨਹੀਂ, ਅਸੀਂ ਇਹਦੀ ਇੱਕ ਐਡਜਸਟਮੈਂਟ ਐਂਟਰੀ ਪਾ ਦਾਂਗੇ। ਐਡਜਸਟਮੈਂਟ ਐਂਟਰੀ ਪਾਉਣ ਨਾਲ ਕੀ ਹੋ ਜਾਊਗਾ, ਇਹਦਾ ਇਫੈਕਟ ਖਤਮ ਹੋ ਜੂ। ਕਲੀਅਰ। ਸੋ ਆਪਾਂ ਇਹਦੀ ਇੱਕ ਜਨਰਲ ਐਂਟਰੀ ਪਾਵਾਂਗੇ। ਜਨਰਲ ਐਂਟਰੀ ਕੀ ਹੋਊਗੀ, ਪਿਊਸ਼ ਨੇ ਦੇਣਾ ਵਾ, ਕਿੰਨਾਂ ਨੂੰ ਦੇਣਾ ਵਾ, ਪੂਜਾ ਤੇ ਪ੍ਰਵੀਨ ਨੂੰ। ਪੂਜਾ ਤੇ ਪ੍ਰਵੀਨ ਨੂੰ ਆਪਾਂ ਹੁਣੀ ਗੱਲ ਕਰਕੇ ਹਟੇ ਆ, ਜਿਹੜਾ ਪਾਰਟਨਰਸ ਦਾ ਕੈਪੀਟਲ ਅਕਾਊਂਟ ਹੁੰਦਾ ਉਹਦੇ ਕ੍ਰੈਡਿਟ ਸਾਈਡ ਕੀ ਪੈਂਦੇ ਹੁੰਦੇ ਆ, मतलब इनकम्स ਪੈਂਦੀਆਂ ਹੁੰਦੀਆਂ ਹਨਾ। ਸੋ ਇੱਥੇ ਧਿਆਨ ਨਾਲ ਸਮਝੋ, ਪਿਊਸ਼ 2000 ਰੁਪਇਆ ਡਿਸਟ੍ਰੀਬਿਊਟ ਕਰੂਗਾ ਪੂਜਾ ਤੇ ਪ੍ਰਵੀਨ ਨੂੰ, ਜਿਹੜਾ ਕਿ ਆਪਣਾ ਇਫੈਕਟ ਖਤਮ ਹੋ ਜਾਊਗਾ ਉਹਦੇ। ਆ ਦੇਖੋ ਮੈਂ ਲਿਖਿਆ ਵੀ ਐਡਜਸਟਮੈਂਟ ਫॉर ਦਾ ਪ੍ਰੋਫਿਟ ਔਨ ਰੀਵੈਲੂਏਸ਼ਨ, ਆਪਾਂ ਜੋ ਵੀ ਐਡਜਸਟਮੈਂਟ ਆ ਉਹ ਇੱਥੇ ਕਰ ਦਾਂਗੇ। ਜੇ ਫਰਦਰ ਕੋਈ ਰਿਜ਼ਰਵ ਵੀ ਹੁੰਦੇ ਜਾਂ ਕੋਈ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਹੁੰਦਾ ਜਾਂ ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ ਹੁੰਦਾ, ਉਹਦੀ ਵੀ ਆਪਾਂ ਇੱਥੇ ਐਡਜਸਟਮੈਂਟ ਕਰਨੀ ਸੀਗੀ। ਕਲੀਅਰ ਬੱਚਿਓ, ਆਪਾਂ ਇੱਥੇ ਆ ਕੇ ਜਨਰਲ ਐਡਜਸਟਮੈਂਟ ਕਰਨੀ ਸੀਗੀ। ਸੋ ਇਹ ਸਾਰਾ ਇਫੈਕਟ ਇੱਥੇ ਪੈ ਜਾਊਗਾ, ਇਹਦੀ ਆ ਜਨਰਲ ਐਂਟਰੀ ਬਣ ਜੂਗੀ। ਆਪਾਂ ਆਲਰੇਡੀ ਜਨਰਲ ਐਂਟਰੀ ਕੀਤੀ ਹੋਈ ਆ ਕਿ ਇਹ ਕਿਵੇਂ ਪਾਉਣੀ ਆ। ਜਿਹੜਾ ਸੈਕਰੀਫਾਈਸਿੰਗ ਪਾਰਟਨਰ ਹੁੰਦਾ ਉਹ ਗੇਨਿੰਗ ਪਾਰਟਨਰ ਨੂੰ ਦਿੰਦਾ ਹੁੰਦਾ, ਸੈਕਰੀਫਾਈਸਿੰਗ ਪਾਰਟਨਰ ਬਾਈ ਸਾਈਡ, ਗੇਨਿੰਗ ਪਾਰਟਨਰ ਟੂ ਸਾਈਡ। ਠੀਕ ਹੈ, ਸੈਕਰੀਫਾਈਸਿੰਗ ਪਾਰਟਨਰ ਅਕਾਊਂਟ ਡੈਬਿਟ ਟੂ all gaining partners debit to sacrificing partner। ਇਹ ਆਪਣੀ ਇੱਕ ਜਨਰਲ ਐਂਟਰੀ ਬਣ ਜੂਗੀ। ਆ ਦੇਖੋ ਪਿਊਸ਼ ਆ ਕਿਹੜਾ ਗੇਨਿੰਗ ਪਾਰਟਨਰ ਆ, ਪੂਜਾ ਤੇ ਪ੍ਰਵੀਨ ਸੈਕਰੀਫਾਈਸਿੰਗ ਪਾਰਟਨਰ ਆ। 2000 1200 800 ਸਿਰਫ ਆਪਾਂ ਇਫੈਕਟ ਪਾਉਣਾ, 28800 ਪਾਰਟਨਰਸ ਨੂੰ ਡਿਸਟ੍ਰੀਬਿਊਟ ਨਹੀਂ ਕਰਨਾ। ਇਹ ਗੱਲ ਯਾਦ ਰੱਖਿਓ, ਰੀਵੈਲੂਏਸ਼ਨ ਅਕਾਊਂਟ ਦੀ ਪੂਰੀ ਆਪਣੀ ਅਮਾਊਂਟ ਆ ਜਿਹੜੀ ਟ੍ਰਾਂਸਫਰ ਨਹੀਂ ਕਰਨੀ ਕੈਪੀਟਲ ਅਕਾਊਂਟ ਦੇ ਵਿੱਚ, ਜਿਵੇਂ ਆਪਾਂ ਲਾਸਟ ਕੁਐਸਚਨ ਚ ਕੀਤਾ ਵਾ। ਜਦੋਂ ਆਪਾਂ ਨॉन ਰਿਵਾਈਜ਼ਡ ਕਰ ਰਹੇ ਹਾਂ, ਨॉन ਰਿਵਾਈਜ਼ਡ ਵੈਲਿਊ ਮਤਲਬ ਆਪਾਂ ਉਹ ਨਹੀਂ ਲੈਣੀ ਆ, ਤਾਂ ਆਪਾਂ ਸਿਰਫ ਉਹਦਾ ਇਫੈਕਟ ਪਾਵਾਂਗੇ। ਕਲੀਅਰ ਬੱਚਿਓ, ਆਪਾਂ ਸਿਰਫ ਉਹਦਾ ਇਫੈਕਟ ਪਾਵਾਂਗੇ। ਇਫੈਕਟ ਕਿੰਨਾ ਵਾ, 2000 1200 800 ਆਪਾਂ ਡਿਸਟ੍ਰੀਬਿਊਟ ਕਰ ਦਾਂਗੇ। ਸੋ ਅੱਗੇ ਆਪਾਂ 28800 ਨੂੰ ਤੁਸੀਂ ਦੇਖਿਆ ਹੋਣਾ ਕੈਪੀਟਲ ਅਕਾਊਂਟ ਚ ਟ੍ਰਾਂਸਫਰ ਕੀਤਾ ਸੀ 10800 10800 7200 ਰੁਪਏ। ਸੋ ਇੱਥੇ ਆਪਾਂ ਸਿਰਫ ਜਿਹੜਾ ਕੈਪੀਟਲ ਅਕਾਊਂਟ ਆ ਬੱਚੇ, ਜਨਰਲ ਐਂਟਰੀ ਮੈਂ ਦੁਬਾਰਾ ਲਿਖੀ ਆ, ਜਿਹੜਾ ਪਾਰਟਨਰਸ ਦਾ ਕੈਪੀਟਲ ਅਕਾਊਂਟ ਆ ਉੱਥੇ ਸਿਰਫ ਉਹਦਾ ਇਫੈਕਟ ਪਾਵਾਂਗੇ ਰੀਵੈਲੂਏਸ਼ਨ ਅਕਾਊਂਟ ਦਾ। 28800 ਤੇ ਆਪਾਂ ਕੈਲਕੂਲੇਟ ਕਰ ਲਿਆ, ਇਫੈਕਟ ਬਣਿਆ 2000 ਦਾ, ਜੋ ਕਿ ਪਾਰਟਨਰਸ ਅਪ ਐਂਡ ਡਾਊਨ ਹੋ ਰਹੇ ਸੀਗੇ, ਚੇਂਜਸ ਆਈਆਂ। ਸੋ ਆਪਾਂ ਆ ਪਾਰਟਨਰਸ ਦੀ ਕੀ ਆ ਬੱਚੇ, ਇੱਕ ਤਰ੍ਹਾਂ ਨਾਲ ਜਿਹੜੀ ਉਹਨਾਂ ਦੀ ਕੈਪੀਟਲ ਹੁੰਦੀ ਆ ਬੈਲੈਂਸ ਸ਼ੀਟ ਦੇ ਵਿੱਚ ਗਿਵਨ 4 ਲੱਖ 3 ਲੱਖ 3 ਲੱਖ ਉਹ ਪਾਤੀ। ਨੈਕਸਟ ਪਿਊਸ਼, ਹੁਣ ਦੇਖੋ ਮੈਂ ਕੁਝ ਵੀ ਨਵਾਂ ਨਹੀਂ ਕੀਤਾ, ਘਬਰਾਇਓ ਨਾ। ਅੱਗੇ ਆਪਾਂ ਇੱਥੇ ਲਿਖਿਆ ਸੀਗਾ ਜਿਹੜਾ ਪੁਰਾਣਾ ਕੁਐਸਚਨ ਆ, ਰੀਵੈਲੂਏਸ਼ਨ ਅਕਾਊਂਟ ਡੈਬਿਟ ਬਾਏ ਰੀਵੈਲੂਏਸ਼ਨ ਅਕਾਊਂਟ ਲਿਖ ਕੇ ਤਿੰਨੇ ਪਾਰਟਨਰਸ ਦੇ ਵਿੱਚ ਉਹਨਾਂ ਦੀ ਅਮਾਊਂਟ 28800 ਨੂੰ ਡਿਸਟ੍ਰੀਬਿਊਟ ਕਰਤਾ ਸੀ ਉਹਨਾਂ ਦੀ 올ਡ ਰੇਸ਼ੋ ਦੇ ਵਿੱਚ। ਬਟ ਇੱਥੇ ਕੀ ਕਰਾਂਗੇ, ਇੱਥੇ ਬੱਚੇ ਆਹ ਜਿਹੜੀ ਜਨਰਲ ਐਡਜਸਟਮੈਂਟ ਆ, ਇਹਨੂੰ ਜਿਹੜੀ ਜਨਰਲ ਐਂਟਰੀ ਆ, ਇਹਨੂੰ ਇੱਥੇ ਪਾਰਟਨਰਸ ਦੇ ਵਿੱਚ ਡਿਸਟ੍ਰੀਬਿਊਟ ਕਰ ਦਾਂਗੇ ਤਾਂ ਕਿ ਉਹਦਾ ਜਿਹੜਾ ਰੇਸ਼ੋਜ਼ ਦਾ ਇਫੈਕਟ ਪਿਆ ਵਾ ਉਹ ਖਤਮ ਹੋ ਜਾਵੇ। ਲਾਈਕ ਪਿਊਸ਼ ਕੀ ਆ ਬੱਚੇ, ਟੂ ਪੂਜਾ ਅਕਾਊਂਟ ਟੂ ਪ੍ਰਵੀਨ ਅਕਾਊਂਟ। ਸੋ ਪੂਜਾ ਦੇ ਖਾਤੇ ਚ ਬਾਏ ਪਿਊਸ਼, ਪ੍ਰਵੀਨ ਦੇ ਖਾਤੇ ਚ ਬਾਏ ਪਿਊਸ਼, ਪੂਜਾ ਦੇ ਖਾਤੇ ਚ ਬਾਏ ਪਿਊਸ਼। ਧਿਆਨ ਨਾਲ ਦੇਖੋ, ਪ੍ਰਵੀਨ ਦੇ ਖਾਤੇ ਚ ਬਾਏ ਪਿਊਸ਼। ਆ 1200 ਤੇ 800 ਆਪਾਂ ਇੱਥੇ ਡਿਸਟ੍ਰੀਬਿਊਟ ਕਰਤਾ। ਕਲੀਅਰ ਬੱਚਿਓ। ਸੋ ਸੇਮ ਪਿਊਸ਼ ਨੂੰ, ਪਿਊਸ਼ ਕੀ ਕਰੂਗਾ, ਪਿਊਸ਼ ਨੇ ਵੀ ਤਾਂ ਰਿਕਾਰਡ ਕਰਨਾ ਨਾ ਵੀ ਮੈਂ 2000 ਦੇ ਕੇ ਐਡਜਸਟਮੈਂਟ ਖਤਮ ਕੀਤੀ ਆ। ਸੋ ਪਿਊਸ਼ ਕੀ ਇਹਨਾਂ ਨੂੰ 1200 ਤੇ 800 ਦੇ ਦੂਗਾ। ਤਾਂ ਪੂਜਾ ਨੂੰ ਕਿੰਨਾ ਦਿੱਤਾ ਉਹਨੇ, ਪੂਜਾ ਨੂੰ ਕਿੰਨਾ ਦਿੱਤਾ 1200, ਔਰ ਪ੍ਰਵੀਨ ਨੂੰ ਕਿੰਨਾ ਦਿੱਤਾ ਬੱਚੇ 800। ਸੋ ਇੱਥੇ ਦਾ 2 ਆ ਜਾਊਗਾ। ਕਲੀਅਰ ਬੱਚਿਓ। ਸੋ ਇਹ ਪੂਰਾ ਇੱਥੇ 2000 ਅਮਾਊਂਟ ਆ ਜੂਗੀ। ਕਲੀਅਰ ਬੱਚਿਓ। ਸੋ ਇੱਥੇ ਕੀ ਆ, ਆਹ ਐਂਟਰੀ ਪਿਊਸ਼
टू पूजा टू प्रवीण। सो पीयूष के खाते च टू पूजा टू प्रवीण 1200 ਤੇ 800 आ जाऊगा। सो दोनों पासे आप एडजस्टमेंट एंट्री करती है। ये एंट्री का मीनिंग समझो, ये एंट्री का मीनिंग आ कि 2000 रुपया पीयूष नू गेन हो गया रेशो दे विच चेंजिस आउण दे नाल, ते पूजा नू 1200 का नुकसान होया सी ते प्रवीण नू 800 का। हुण जे वो कह रहे आ कि नहीं भाई आपां रेशो तो चेंज करनी आ, हुण एक पार्टनर नुकसान थोड़ी ना चलूगा रेशो चेंज होने नाल। वो की कहूगा कोई नहीं भाई जिहनूं गेन हो रहा होगा कोई नहीं, तैनूं 2000 रुपये का इफेक्ट पै रहा, 1200 का इफेक्ट पै रहा, 800 का इफेक्ट पै रहा, मैं तुहानूं पे कर दूंगा जिहड़ा मैनूं गेन हो रहा, पर फ्यूचर दे विच अपनी रेशो आ जिहड़ी वो चेंज हो जूगी, न्यू रेशो बन जूगी। सो इस हिसाब नाल बच्चे वो जिहड़ा इफेक्ट हुंदा उस चीज़ नूं खत्म करदे ने। इस एंट्री का मतलब आ मैं तुहानूं पहलां भी समझाया सी, पार्टनर कैपिटल अकाउंट के अंदर डेबिट साइड का मतलब है कि पीयूष ने 800 रुपया पूजा नूं दिता, क्रेडिट साइड का मतलब है कि पूजा के खाते च पीयूष वालों 800 रुपया आ गया और प्रवीण नूं 1200 रुपया आ गया। क्लीयर बच्चिओ? सो इदां एडजस्टमेंट हो जूगी। क्लीयर बच्चिओ? सो इस तो बाद अपने को होर क्वेश्चन दे विच कुछ भी गिवन नहीं कैपिटल अकाउंट नूं लैके, जे आपां नूं रिजर्व दिते हुंदे ਉਹ ਆਪਾਂ एडजस्टमेंट एंट्री करके इत्थे कंक्लूड कर देना सीगा। सो नैक्सट आपां बैलेंसिंग कर दांगे, जो भी अपने अमाउंट्स होणगीਆਂ टोटल करके। सो इदां तुहाडा जिहड़ा कैपिटल अकाउंट आ वो की हो जूगा, क्लोज होगा। 4 लाख है, 4 लाख चों 2 लाख कट दोगे 3,98,000 आ जूगा। इधर कुछ भी नहींगा तो 3,12,000 पूरा आ गया। देन इधर कुछ नहींगा 3,08,000 चों 3,08,000 पूरा आ जूगा। सो अपना की आ पार्टनर्स कैपिटल अकाउंट आ जिहड़ा बच्चे वो क्लोज हो जूगा। नैक्सट हुण बच्चे आपां बनाउणी आ बैलेंस शीट। बैलेंस शीट हुण क्वेश्चन याद करो, क्वेश्चन की सीगा? क्वेश्चन अपना सीगा कि जे आपां रिवाइज्ड वैल्यूज नूं नहीं लेना, सैकेंड क्वेश्चन यही सी ना कि जे आपां इफेक्ट नहीं लेना। सो जे इफेक्ट नहीं लेना तो अपना आंसर की होगा, बैलेंस शीट की होगी जब आपां चेंजेस ही नहीं लेने तो कैश पूरा, सन्ड्री डेटर्स 88,000 क्योंकि आप डाउटफुल डेट्स नहीं लेने, आप इफेक्ट लेने नहीं। स्टॉक 2,40,000 ही लवांगे, 2,20,000 नहीं लेना। क्लीयर बच्चों? सो मशीनरी 3,18,000 ही लवांगे, आप डेप्रीशिएट करके नहीं पाउणी क्योंकि सानू क्या गया बच्चों कि असी इफेक्ट खत्म करना वा। सो नैक्सट बिल्डिंग, बिल्डिंग की है बच्चे? बिल्डिंग भी अपनी 4 लाख की ही आ जाऊगी। क्लीयर बच्चों? सो जब आप चेंजेस लेने ही नहीं तो ऑलमोस्ट अपनी बैलेंस शीट की सेम बन जूगी। एसेट्स दे विच कोई भी चेंजेस आउंदे आपां नहीं लेने तो अपनी उन्नी अमाउंट ही रिकॉर्ड हो जूगी जिन्नी की आपां नूं बैलेंस शीट दे विच गिवन सी, बट चेंजेस कित्थे आउणगे। नैक्सट देखो क्रेडिटर आपां कुछ नहीं चेंज किया, आपां इफेक्ट नहीं लेना। सन्ड्री बैंक लोन का इफेक्ट नहीं लेना, पर इफेक्ट पऊ तां सही ना किते, वो इफेक्ट कित्थे पऊगा? पार्टनर्स दी कैपिटल ते बच्चों। ਜਿਹੜੀ कैपिटल पार्टनर दी 4 लाख दी सीगी, हुण पार्टनर पीयूष नूं 2,000 का फायदा होया सी, वो कैपिटल 3,98,000 दी रह जूगी। पूजा नूं 1,200 का नुकसान होया सी चेंजेस करना, 3,12,000 दी हो जूगी, ते प्रवीण नूं 3,08,000 दी हो जूगी। सो आ तुहाडा इफेक्ट बन जूगा। सो इस तरीके नाल आपां की आ बच्चे इस चीज की क्लोजिंग कर दांगे। सो बच्चों इत्थे अपना की इफेक्ट खत्म हो जूगा। बस इत्थे चेंजेस की आए सिर्फ कैपिटल दे विच, कैपिटल दे विच जो चेंजेस आए वो आपां इत्थे रिकॉर्ड कर लांगे, बाकी सारी बैलेंस शीट अपनी एज इट इज रहूगी। बच्चों आई होप तुहानूं समझ लग गया होगा। जदों आपां रिवाइज नहीं करते वैल्यूज नूं तां ऑलमोस्ट सारी बैलेंस शीट सेम बन जाती है। चेंजेस आउंदियां दा कैपिटल दे अंदर आउंदे ने, कैपिटल दे अंदर भी की चेंजेस आउंदे ने, जस्ट उन्हां दी अमाउंट्स आ जिहड़ी वो शफल कर जांदी है। क्लीयर बच्चों? सो आई होप तुहानूं समझ लग गया होगा। सो दिस इज द एंड। थैंक यू सो मच। हुण आपां नैक्सट वीडियो दे विच अगला चैप्टर स्टार्ट करांगे। ओके बच्चों, गॉड ब्लेस यू ऑल।